ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 356 ਤੋਂ ਲੈ ਕੇ 357 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲੀ ਆ ਰਹੀ ਹੈ ਜੀ ਰਾਗ ਆਸਾ ਦੇ ਵਿੱਚ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਆਪ ਕਰੇ ਸੱਚ ਅਲਖ ਅਪਾਰ, ਹਉ ਪਾਪੀ ਤੂੰ ਬਖਸ਼ਣਹਾਰ। ਤੇਰਾ ਭਾਣਾ ਸਭ ਕਿਛ ਹੋਵੈ, ਮਨ ਹਠ ਕੀਚੈ ਅੰਤ ਵਿਗੋਵੈ। ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੋ ਕੁਛ ਵੀ ਕਰ ਰਿਹਾ ਹੈ ਉਹ ਸੱਚਾ ਪਰਮਾਤਮਾ ਜਿਹਦਾ ਅਸੀਂ ਪਾਰ ਨਹੀਂ ਪਾ ਸਕਦੇ, ਜਿਹਨੂੰ ਅਸੀਂ ਲੱਖ ਨਹੀਂ ਸਕਦੇ, ਜੋ ਅਦ੍ਰਿਸ਼ਟ ਹੈ। ਕਹਿੰਦੇ ਜੋ ਕੁਛ ਕਰ ਰਿਹਾ ਹੈ ਉਹ ਸੱਚਾ ਪਰਮਾਤਮਾ ਆਪ ਕਰ ਰਿਹਾ ਹੈ। ਕਹਿੰਦੇ ਵੀ ਮੈਂ ਬਹੁਤ ਗੁਨਾਹ ਕੀਤੇ ਨੇ, ਇਹ ਜਾਣਦਾ ਹੋਇਆ ਵੀ ਕਿ ਮੇਰੇ ਔਗਣ ਅਣਗਿਣਤ ਨੇ, ਫਿਰ ਵੀ ਕਹਿੰਦੇ ਤੂੰ ਮੈਨੂੰ ਬਖਸ਼ਦਾ ਹੈ ਸੱਚੇ ਪਾਤਸ਼ਾਹ। ਕਹਿੰਦੇ ਤੇਰੇ ਭਾਣੇ ਦੇ ਵਿੱਚ ਹੀ ਸਭ ਕੁਛ ਸ੍ਰਿਸ਼ਟੀ ਦੇ ਵਿੱਚ ਵਾਪਰ ਰਿਹਾ ਹੈ। ਫਿਰ ਵੀ ਕਹਿੰਦੇ ਜਦੋਂ ਇਨਸਾਨ ਤੇਰਾ ਭਾਣਾ ਨਾ ਮੰਨ ਕੇ ਆਪਣੇ ਮਨ ਹੱਠ ਹੋ ਕੇ ਆਪਣੇ ਹਉਮੈ 'ਚ ਆ ਕੇ ਕਹਿੰਦੇ ਕੰਮ ਕਰਦੇ ਨੇ ਕਿ ਵੀ ਅਸੀਂ ਕੰਮ ਕਰ ਰਹੇ ਹਾਂ, ਫਿਰ ਅੰਤ ਨੂੰ ਕਹਿੰਦੇ ਪਛਤਾਉਂਦੇ ਨੇ ਜਦੋਂ ਕਰਨਹਾਰ ਤੈਨੂੰ ਨਹੀਂ ਸਮਝਦੇ। ਵਾਹਿਗੁਰੂ ਜੀ ਵਾਹਿਗੁਰੂ। ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ, ਕਹਿੰਦੇ ਉਹਨਾਂ ਦੀ ਜਿਹੜੀ ਮੱਤ ਆ ਉਹ ਮਾਇਆ ਦੇ ਹਿਸਾਬ 'ਤੇ ਕੰਮ ਕਰਦੀ ਆ, ਮਾਇਆ 'ਚ ਹਰ ਵਕਤ ਲੱਗੀ ਰਹਿੰਦੀ ਆ। ਕਹਿੰਦੇ ਤੇਰੇ ਸਿਮਰਨ ਤੋਂ ਬਿਨਾਂ ਫਿਰ ਕਹਿੰਦੇ ਉਹਨਾਂ ਨੂੰ ਦੁੱਖ ਸੰਹਾਰਨੇ ਪੈਂਦੇ ਨੇ ਜਦੋਂ ਉਹ ਤੇਰਾ ਸਿਮਰਨ ਛੱਡ ਦਿੰਦੇ ਨੇ, ਜੋ ਆਪਣੇ ਮਨ ਦੇ ਪਿੱਛੇ ਚੱਲਦੇ ਨੇ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਅਪੇਵੋ। ਕਹਿੰਦੇ ਹੇ ਜੀਵ ਆਪਣੀ ਮਾੜੀ ਮਤ ਤਿਆਗ ਤੇ ਉਸ ਪਰਮੇਸ਼ਰ ਦਾ ਸਿਮਰਨ ਕਰ, ਕੁਛ ਇਸ ਜੀਵਨ ਦੇ ਵਿੱਚ ਲਾਹਾ ਖੱਟ ਜਿਹੜਾ ਤੇਰੇ ਕੰਮ ਆਏਗਾ। ਕਹਿੰਦੇ ਇਹ ਸਮਝ ਜੋ ਸੱਚੀ ਗੱਲ ਹੈ, ਜੋ ਹੋ ਰਿਹਾ ਹੈ ਸੰਸਾਰ ਵਿੱਚ, ਪੈਦਾ ਹੋ ਰਿਹਾ ਹੈ, ਜੀਵ ਆ ਰਿਹਾ ਹੈ ਸੰਸਾਰ 'ਚ, ਸਾਰੀ ਕਾਰ ਚੱਲ ਰਹੀ ਹੈ, ਉਹ ਕਹਿੰਦੇ ਉਸ ਪਰਮਾਤਮਾ ਤੋਂ ਹੀ ਸਭ ਕੁਛ ਹੋ ਰਿਹਾ ਹੈ। ਕਹਿੰਦੇ ਉਹ ਪਰਮਾਤਮਾ ਜੋ ਅਦ੍ਰਿਸ਼ਟ ਹੈ। ਕਹਿੰਦੇ ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦਿਰੜਾਈ। ਕਹਿੰਦੇ ਉਹ ਪਰਮਾਤਮਾ ਹੀ ਸਾਡਾ ਸੱਚਾ ਮਿੱਤਰ ਹੈ। ਕਹਿੰਦੇ ਜਦੋਂ ਕਹਿੰਦੇ ਪਰਮਾਤਮਾ ਆਪ ਮਿਹਰ ਕਰਕੇ ਗੁਰੂ ਨੂੰ ਮਿਲਾ ਦਿੰਦਾ, ਫਿਰ ਗੁਰੂ ਉਹਦੀ ਭਗਤੀ ਸਾਡੇ ਅੰਦਰ ਪੱਕੀ ਕਰਵਾ ਦਿੰਦਾ ਹੈ, ਸਾਨੂੰ ਭਗਤੀ ਕਰਨ ਦੀ ਜਾਚ ਦੇ ਦਿੰਦਾ ਹੈ। ਸਗਲੀ ਸੌਦੀ ਟੋਟਾ ਆਵੈ, ਨਾਨਕ ਰਾਮ ਨਾਮ ਮਨ ਪਾਵੈ। ਕਹਿੰਦੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਜਿੰਨੇ ਵੀ ਕਹਿੰਦੇ ਜਿਹੜੇ ਕੰਮਕਾਰ ਕੀਤੇ ਜਾਂਦੇ ਨੇ ਸਾਰੇ ਸੌਦੇ ਝੂਠੇ ਨੇ। ਕਹਿੰਦੇ ਉਹਨਾਂ 'ਚੋਂ ਕਹਿੰਦੇ ਨੁਕਸਾਨ ਹੀ ਨੁਕਸਾਨ ਹੈ। ਕਹਿੰਦੇ ਨਾਨਕ ਰਾਮ ਨਾਮ ਮਨ ਭਾਵੈ, ਜੋ ਕਹਿੰਦੇ ਪਰਮਾਤਮਾ ਦਾ ਨਾਮ ਹੈ ਜਪਣਾ, ਉਹ ਨਾਨਕ ਜੀ ਕਹਿੰਦੇ ਨੇ ਮੇਰੇ ਮਨ ਨੂੰ ਚੰਗਾ ਲੱਗਦਾ ਹੈ। ਆਸਾ ਮਹੱਲਾ ਪਹਿਲਾ। ਚੌਪਦੇ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਕਹਿੰਦੇ ਜਿਸ ਜੀਵ ਨੇ ਵਿਦਿਆ ਪ੍ਰਾਪਤ ਕਰਕੇ ਅੰਦਰੋਂ ਵਿਚਾਰਵਾਨ ਹੋ ਗਿਆ ਤੇ ਦੂਜਿਆਂ ਦੇ ਭਲੇ ਲਈ ਕੰਮ ਕਰਦਾ, ਫਿਰ ਹੀ ਕਹਿੰਦੇ ਵਿਦਿਆ ਦਾ ਕੋਈ ਲਾਭ ਹੈ ਪਾਉਣ ਦਾ। ਜਿਵੇਂ ਕਹਿੰਦੇ ਜੇ ਕੋਈ ਤੀਰਥਾਂ 'ਤੇ ਵਸਣ ਲੱਗ ਜਾਏ ਤੇ ਉਹ ਆਪਣੇ ਪੰਜ ਵਿਕਾਰ ਕਾਬੂ ਵਿੱਚ ਕਰੇ, ਫਿਰ ਹੀ ਕਹਿੰਦੇ ਆਪਣੇ ਵੀ ਉਹਦੇ ਤੀਰਥਾਂ ਦੇ ਉੱਪਰ ਵਸਣ ਦਾ ਕੋਈ ਲਾਭ ਹੈ। ਨਹੀਂ ਤਾਂ ਫਿਰ ਤੀਰਥਾਂ 'ਤੇ ਵਸ ਕੇ ਵੀ ਮਨ ਕਾਬੂ ਨਾ ਆਇਆ, ਜਿਹੜੇ ਪੰਜੇ ਲਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ 'ਚ ਨਾ ਹੋਏ, ਫਿਰ ਤੀਰਥ 'ਤੇ ਵਸਣ ਦਾ ਕੀ ਲਾਭ ਹੈ।
ਇਸ ਤਰ੍ਹਾਂ ਹੀ ਕਹਿੰਦੇ ਵਿੱਦਿਆ ਵਿਚਾਰਨ ਦਾ ਵੀ ਤਾਂ ਹੀ ਲਾਭ ਆ ਜੇ ਵਿੱਦਿਆ ਫਿਰ ਦੂਜਿਆਂ ਦੇ ਭਲਾਈ ਲਈ ਕੰਮ ਕਰੇ। ਘੁੰਗਰੂ ਵਾਜੈ ਜੇ ਮਨ ਲਾਗੈ, ਤੋ ਜਮ ਕਹਾ ਕਰੇ ਮੋਹ ਸਿਉ ਆਗੈ ਰਹਾਓ। ਕਹਿੰਦੇ ਜਿਹੜਾ ਘੁੰਗਰੂ ਹੈ ਮੈਂ ਆਪਣੇ ਵੀ ਪੈਰ 'ਚ ਪਾਇਆ, ਮਤਲਬ ਉਸ ਤਰ੍ਹਾਂ ਗੱਲ ਕਰ ਰਹੇ ਨੇ, ਇੱਕ ਤਰ੍ਹਾਂ ਦੀ ਉਦਾਹਰਨ ਵਾਂਗ ਦੇ ਰਹੇ ਨੇ ਕਿ ਵੀ ਜਿਹਦਾ ਮਨ ਕਹਿੰਦੇ ਜਿਹੜੇ ਜੀਵ ਦਾ ਭਗਤੀ ਦੇ ਵਿੱਚ ਟਿਕ ਗਿਆ, ਉਹਦਾ ਹੀ ਸਮਝਣਾ ਚਾਹੀਦਾ ਹੈ ਕਿ ਵੀ ਇਹਦਾ ਜਿਹੜਾ ਨਾਚ ਹੈ ਉਹ ਠੀਕ ਹੋ ਰਿਹਾ ਹੈ, ਜੇ ਉਹਦਾ ਮਨ ਪਰਮਾਤਮਾ 'ਚ ਟਿਕ ਗਿਆ ਹੈ। ਜਿਸ ਜੀਵ ਦਾ ਮਨ ਪਰਮਾਤਮਾ 'ਚ ਟਿਕ ਗਿਆ, ਕਹਿੰਦੇ ਅੱਗੇ ਫਿਰ ਉਹਨੂੰ ਜਮ ਦਾ ਕਿਉਂ ਡਰ ਰਹੂਗਾ, ਕਹਿੰਦੇ ਕਿਉਂਕਿ ਉਹਨੇ ਤਾਂ ਕੋਈ ਮਾੜਾ ਕੰਮ ਕੀਤਾ ਨਹੀਂ, ਉਹਨੇ ਤਾਂ ਨਾਮ ਹੀ ਜਪਿਆ। ਆਸ ਨਿਰਾਸੀ ਤੋ ਸੰਨਿਆਸੀ, ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਕਹਿੰਦੇ ਜਿਸ ਜੀਵ ਨੇ ਆਪਣੀਆਂ ਆਸਾ ਤ੍ਰਿਸ਼ਨਾ ਖਤਮ ਕਰ ਲਈਆਂ, ਉਹੀ ਸੰਨਿਆਸੀ ਕਹਾ ਸਕਦਾ ਹੈ ਨਾ। ਇਸ ਤਰ੍ਹਾਂ ਹੀ ਕਹਿੰਦੇ ਫਿਰ ਜੇ ਗ੍ਰਹਿਸਥ ਵਿੱਚ ਰਹਿੰਦਿਆਂ ਜਤੀ ਵਾਲਾ ਕਹਿੰਦੇ ਜੀਵਨ ਬਿਤਾ ਰਿਹਾ, ਉਹੀ ਅਸਲ ਦੇ ਵਿੱਚ ਅਸਲ ਗ੍ਰਹਿਸਥੀ ਹੈ। ਕਹਿੰਦੇ ਦਿਆ ਦਿਗੰਬਰ ਦੇਹ ਵਿਚਾਰੀ, ਆਪ ਮਰੈ ਅਵਰਾ ਨਹਿ ਮਾਰੀ। ਕਹਿੰਦੇ ਜਿਹੜੇ ਇਹ ਨਾਂਗੇ ਜੈਨੀ ਹੁੰਦੇ ਨੇ, ਕਹਿੰਦੇ ਉਹ ਤਾਂ ਹੀ ਅਸਲ ਦੇ ਵਿੱਚ ਪਰਮਾਤਮਾ ਨਾਲ ਜੁੜੇ ਕਹਾ ਸਕਦੇ ਨੇ ਜੇ ਉਹਨਾਂ ਦੇ ਮਨ ਵਿੱਚ ਦਇਆ ਤੇ ਉਹਨਾਂ ਨੇ ਆਪਣੇ ਸਰੀਰ ਦੇ ਵਿੱਚੋਂ ਵਿਕਾਰ ਖਤਮ ਕਰ ਲਏ ਨੇ। ਫੇਰ ਹੀ ਕਹਿੰਦੇ ਵੀ ਜੇ ਉਹ ਆਪਾ ਮਾਰ ਲੈਂਦੇ ਨੇ, ਆਪ ਮਰੇ, ਆਪਾ ਮਾਰ ਲੈਂਦੇ ਨੇ, ਇਹੀ ਉਹਨਾਂ ਦੀ ਅਹਿੰਸਾ ਗਿਣੀ ਜਾਂਦੀ ਆ। ਫਿਰ ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜ ਨ ਤੇਰੇ। ਕਹਿੰਦੇ ਹੇ ਪਰਮਾਤਮਾ ਜੀ, ਤੂੰ ਇੱਕ ਹੈ ਪਰ ਤੇਰੇ ਰੂਪ ਬਹੁਤ ਨੇ, ਕਿਉਂਕਿ ਤੂੰ ਆਪ ਦਾ ਪਸਾਰਾ ਬਹੁਤ ਤਰ੍ਹਾਂ ਦੇ ਰੰਗਾਂ ਭਾਂਤਾਂ ਜੀਆਂ ਜਿਸ ਕਿਸਮਾਂ ਦੇ ਵਿੱਚ ਕੀਤਾ ਹੈ। ਕਹਿੰਦੇ ਨਾਨਕ ਜੀ ਤੇਰੇ ਚੋਜ ਸਮਝ ਨਹੀਂ ਸਕਦਾ। ਆਸਾ ਮਹੱਲਾ ਪਹਿਲਾ। ਏਕ ਨ ਭਰੀਆ ਗੁਣ ਕਰ ਤੋਵਾ, ਮੇਰਾ ਸਹੁ ਜਾਗੇ ਹੋ ਨਿਸ ਪਰ ਸੋਵਾ। ਇਉਂ ਕਿਉਂ ਕੰਤ ਪਿਆਰੀ ਹੋਵਾਂ, ਸਹੁ ਜਾਗੇ ਹੋ ਨਿਸ ਪਰ ਸੋਵਾ ਰਹਾਓ। ਕਹਿੰਦੇ ਮੇਰੇ ਵਿੱਚ ਇੱਕ ਔਗਣ ਨਹੀਂ ਹੈਗਾ ਵੀ ਜਿਹੜਾ ਧੋਤਾ ਜਾਏ, ਮੇਰੇ 'ਚ ਤਾਂ ਕਹਿੰਦੇ ਔਗਣ ਭਰੇ ਪਏ ਨੇ। ਕਹਿੰਦੇ ਮੇਰਾ ਪਤੀ ਪਰਮੇਸ਼ਰ ਮਾਇਆ ਤੋਂ ਨਿਰਲੇਪ ਹੈ, ਸਦਾ ਜਾਗਦਾ ਵਿਕਾਰਾਂ ਵੱਲੋਂ, ਪਰ ਕਹਿੰਦੇ ਮੈਂ ਵਿਕਾਰਾਂ ਵਿੱਚ ਸੁੱਤੀ ਪਈ ਹਾਂ, ਜੀਵ ਇਸਤਰੀ ਵੱਲੋਂ। ਕਹਿੰਦੇ ਕਿ ਜੀਵ ਇਸਤਰੀ ਵਿਕਾਰਾਂ ਵਿੱਚ ਸੁੱਤੀ ਪਈ ਆ, ਮੋਹ ਦੀ ਮਾਇਆ ਦੇ ਮੋਹ ਦੇ ਵਿੱਚ ਸੁੱਤੀ ਪਈ ਆ। ਤੇ ਜਿਹੜਾ ਕੰਤ ਪਤੀ ਪਰਮੇਸ਼ਰ ਆ ਉਹ ਹਮੇਸ਼ਾ ਜਾਗਦਾ ਹੈ, ਨਿਰਲੇਪ ਹੈ। ਫਿਰ ਕਹਿੰਦੇ ਵੀ ਕਿਵੇਂ ਮੈਂ ਇਹਨਾਂ ਔਗਣਾਂ ਦੇ ਹੁੰਦਿਆਂ ਮੈਂ ਕਿਵੇਂ ਆਪਣੇ ਪਤੀ ਪਰਮੇਸ਼ਰ ਨੂੰ ਚੰਗੀ ਲੱਗ ਸਕਦੀ ਹਾਂ। ਉਹ ਹਮੇਸ਼ਾ ਜਾਗਦਾ ਹੈ, ਸੁਚੇਤ ਹੈ, ਤੇ ਮੈਂ ਹਮੇਸ਼ਾ ਮਾਇਆ ਦੀ ਨੀਂਦਰ ਵਿੱਚ ਹਾਂ। ਆਸ ਪਿਆਸੀ ਸੇਜੇ ਆਵਾਂ, ਆਗੇ ਸਹਿ ਭਾਵਾਂ ਕੇ ਨ ਪਾਵਾਂ। ਕਹਿੰਦੇ ਮੈਂ ਆਪਣੇ ਹਿਰਦੇ ਰੂਪੀ ਸੇਜ ਦੇ ਉੱਤੇ ਮਾਇਆ ਵੱਲੋਂ ਪਿਆਸੀ ਹਾਂ, ਆਸਾਂ ਦੇ ਵਿੱਚ ਹਾਂ, ਤੇ ਇਹ ਵਿਕਾਰ ਹੁੰਦਿਆਂ ਹੋਇਆਂ ਮੈਂ ਆਪਣੇ ਪਤੀ ਪਰਮੇਸ਼ਰ ਨੂੰ ਆਪਣੇ ਹਿਰਦੇ ਦੀ ਸੇਜ 'ਤੇ ਚੰਗੀ ਲੱਗ ਸਕਦੀ ਹਾਂ। ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨ ਜਾਈ ਰਹਾਓ। ਫਿਰ ਜੀਵ ਇਸਤਰੀ ਕਹਿੰਦੀ ਹੈ ਹੇ ਮੇਰੀ ਮਾਈ, ਵੀ ਹੁਣ ਕੀ ਹੋਏਗਾ, ਵੀ ਮੇਰੇ ਵਿੱਚ ਔਗਣ ਨੇ, ਮੈਂ ਅਜੇ ਵੀ ਮਾਇਆ ਦੀ ਪਿਆਸੀ ਹਾਂ, ਆਸਾ ਤ੍ਰਿਸ਼ਨਾ ਨੇ, ਤੇ ਪਰ ਹੁਣ ਮੈਨੂੰ ਪਤੀ ਪਰਮੇਸ਼ਰ ਦੇ ਦੀਦਾਰ ਦੀ ਤਾਂਘ ਹੈ, ਮੇਰੇ 'ਚ ਗੁਣ ਹੁਣ ਹੈ ਨਹੀਂ ਕੋਈ। ਅੱਗੇ ਮੈਂ ਆਪਣੇ ਪਤੀ ਪਰਮੇਸ਼ਰ ਨੂੰ ਇਹਨਾਂ ਔਗਣਾਂ ਦੇ ਹੁੰਦਿਆਂ ਹੋਇਆਂ ਪ੍ਰਸੰਨ ਕਰ ਸਕਦੀ ਹਾਂ, ਪਸੰਦ ਆ ਸਕਦੀ ਹਾਂ। ਪ੍ਰੇਮ ਨ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗਿਆ ਸੋ ਜੋਵਨ ਧਨ ਪਛਤਾਨੀ। ਹੁਣ ਕਹਿੰਦੇ ਜੀਵ ਇਸਤਰੀ ਦੀ ਜਵਾਨੀ ਲੰਘ ਗਈ ਆ, ਜਵਾਨੀ ਦਾ ਟਾਈਮ, ਹੁਣ ਪਛਤਾ ਰਹੀ ਹੈ ਕਿ ਸਮਾਂ ਭੱਜਿਆ ਜਾ ਰਿਹਾ
ਤੇ ਕਹਿੰਦੇ ਮੈਂ ਆਪਣੇ ਪਤੀ ਪਰਮੇਸ਼ਰ ਪਰਮਾਤਮਾ ਦਾ ਪ੍ਰੇਮ ਦਾ ਰਸ ਨਹੀਂ ਚੱਖਿਆ ਹੈਗਾ ਤੇ ਮੇਰੀ ਕਹਿੰਦੇ ਅਜੇ ਮਾਇਆ ਵੱਲੋਂ ਤ੍ਰਿਸ਼ਨਾ ਵੀ ਨਹੀਂ ਬੁਝੀ ਹੈਗੀ। ਅਜੇ ਸੋ ਜਾਗੋ ਆਸ ਪਿਆਸੀ, ਭਈ ਲੈ ਉਦਾਸੀ ਰਹੋ ਨਿਰਾਸੀ ਰਹਾਓ। ਕਹਿੰਦੇ ਹੁਣ ਵੀ ਵਕਤ ਹੈ, ਕਹਿੰਦੇ ਮਾਇਆ ਵੱਲੋਂ ਜਾਗ ਜਾਓ। ਜਿਹੜੀ ਕਹਿੰਦੇ ਅਜੇ ਵੀ ਆਸਾ ਤ੍ਰਿਸ਼ਨਾ ਲੱਗੀ ਆ, ਕਹਿੰਦੇ ਉਹਨੂੰ ਵੀ ਖਤਮ ਕਰ ਲੈ ਤੇ ਅਜੇ ਵੀ ਟਾਈਮ ਹੈ, ਕਹਿੰਦੇ ਅਜੇ ਵੀ ਜਾਗ ਲੈ, ਅਜੇ ਵੀ ਇਹਨਾਂ ਤੋਂ ਉਪਰਾਮਤਾ ਕਰ ਲੈ, ਵਿਕਾਰਾਂ ਤੋਂ, ਮਾਇਆ ਤੋਂ, ਜੇ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਚਾਹੁੰਦੀ ਆ। ਹਉਮੈ ਖੋਏ ਕਰੇ ਸੀਗਾਰ, ਤੋ ਕਾਮਣ ਸੇਜੈ ਰਵੈ ਪਤਾਰ। ਕਹਿੰਦੇ ਜੇ ਜੀਵ ਇਸਤਰੀ ਆਪਣਾ ਹਉਮੈ ਖਤਮ ਕਰਨ ਦਾ ਸਿਗਾਰ ਕਰਦੀ ਆ, ਤਾਂ ਕਹਿੰਦੇ ਹਿਰਦੇ ਦੀ ਜਿਹੜੀ ਸੇਜ ਹੈ ਉੱਥੇ ਉਹ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਪਾ ਸਕਦੀ ਆ। ਤੋ ਨਾਨਕ ਕੰਤੈ ਮਨ ਭਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਓ। ਫਿਰ ਨਾਨਕ ਜੀ ਕਹਿੰਦੇ ਨੇ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਚੰਗੀ ਲੱਗ ਸਕਦੀ ਹੈ ਜੇ ਉਹ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਦੇਵੇ। ਆਪਾ ਭਾਵ ਖਤਮ ਕਰਕੇ ਉਸ ਪਤੀ ਪਰਮੇਸ਼ਰ 'ਚ ਉਹਦੀ ਸਮਾਈ ਹੋ ਸਕਦੀ ਆ। ਆਸਾ ਮਹੱਲਾ ਪਹਿਲਾ। ਪੇਵਕੜੈ ਤਨ ਖਰੀ ਇਆਣੀ, ਇਹ ਸਹੁ ਕੀ ਮੈਂ ਸਾਰ ਨ ਜਾਣੀ। ਸਹੁ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇਲਾਵਾ ਹੋਈ ਰਹਾਓ। ਕਹਿੰਦੇ ਜਦੋਂ ਜੀਵ ਇਸਤਰੀ ਨੂੰ ਜ਼ਿੰਦਗੀ ਦੀ ਅਸਲੀਅਤ ਦਾ ਨਹੀਂ ਪਤਾ, ਇਸ ਸੰਸਾਰ ਦੇ ਵਿੱਚ ਕਹਿੰਦੇ ਉਹ ਕਹਿੰਦੀ ਕਿ ਮੈਂ ਪਰਮਾਤਮਾ ਦਾ ਨਾਂ ਨਹੀਂ ਜਪਿਆ, ਪਰਮਾਤਮਾ ਬਾਰੇ ਮੈਨੂੰ ਕੋਈ ਸਾਰ ਨਹੀਂ ਹੈਗੀ ਤੇ ਮੇਰਾ ਮਾਲਕ ਸਿਰਫ ਪਰਮਾਤਮਾ ਹੀ ਹੈ, ਹੋਰ ਕੋਈ ਨਹੀਂ ਹੈ। ਜੇ ਉਹ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਫਿਰ ਜੀਵ ਇਸਤਰੀ ਦਾ ਉਹਦੇ ਨਾਲ ਮਿਲਾਪ ਹੋ ਸਕਦਾ ਹੈ। ਫਿਰ ਕੀ ਹੁੰਦਾ, ਕਹਿੰਦੇ ਸਾਹੋ ਰੜੇ ਤਨ ਸਾਚ ਪਛਾਣਿਆ, ਸਹਿਜ ਸੁਪਾਏ ਆਪਣਾ ਪਿਰ ਜਾਣਿਆ। ਫਿਰ ਜਦੋਂ ਕਹਿੰਦੇ ਜੀਵ ਇਸਤਰੀ ਨੂੰ ਇਸ ਗੱਲ ਦੀ ਸੋਝੀ ਹੁੰਦੀ ਆ ਕਿ ਇੱਕ ਦਿਨ ਲੋਕ ਛੱਡ ਕੇ ਪਰਲੋਕ ਸਹੁਰੜੇ ਘਰ ਜਾਣਾ ਹੈ ਤੇ ਉੱਥੇ ਫਿਰ ਤਾਂ ਹੀ ਪੁੱਛ ਗਿੱਛ ਹੈ ਜੇ ਪਤੀ ਪਰਮੇਸ਼ਰ ਦੇ ਨਾਲ ਜਾਣ ਪਹਿਚਾਣ ਹੈ। ਫਿਰ ਕਹਿੰਦੇ ਉਹ ਇਹ ਸੋਝੀ ਕਰਕੇ ਪਰਮਾਤਮਾ ਦਾ ਨਾਂ ਲੈਂਦੀ ਆ। ਫਿਰ ਕੀ ਹੁੰਦਾ, ਸਹਿਜ ਸੁਭਾਏ ਆਪਣਾ ਪਿਰ ਜਾਣਿਆ। ਫਿਰ ਨਾਮ ਜਪਣ ਦੇ ਨਾਲ ਉਹਦੇ ਵਿੱਚ ਅਡੋਲਤਾ ਆਉਂਦੀ ਆ, ਫਿਰ ਉਹਦਾ ਪਤੀ ਪਰਮੇਸ਼ਰ ਦੇ ਨਾਲ ਸਾਂਝ ਪੈ ਜਾਂਦੀ ਆ। ਗੁਰ ਪ੍ਰਸਾਦੀ ਐਸੀ ਮਤ ਆਵੈ, ਤਾਂ ਕਾਮਣ ਕੰਤੈ ਮਨ ਭਾਵੈ। ਫਿਰ ਕਹਿੰਦੇ ਜੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਇਸਤਰੀ ਨੂੰ ਇਹ ਮਤ ਆ ਜਾਂਦੀ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦਾ ਨਾਂ ਜਪਣਾ ਹੈ, ਮਾਇਆ ਤੋਂ, ਵਿਕਾਰਾਂ ਤੋਂ ਉਦਾਸੀ ਕਰਨੀ ਹੈ, ਉਪਰਾਮਤਾ ਕਰਨੀ ਹੈ, ਤਾਂ ਹੀ ਮੈਂ ਉਸ ਪਤੀ ਪਰਮੇਸ਼ਰ ਦੇ ਮਨ ਵਿੱਚ ਚੰਗੀ ਲੱਗ ਸਕਦੀ ਹਾਂ। ਕਹਿੰਦੇ ਜੇ ਇਹ ਮਤ ਗੁਰੂ ਦੀ ਕਿਰਪਾ ਦੇ ਨਾਲ ਜੀਵ ਇਸਤਰੀ ਨੂੰ ਆ ਜਾਵੇ ਤਾਂ ਉਹ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਸਕਦੀ ਆ। ਕਹਿਤ ਨਾਨਕ ਪੈ ਭਾਵ ਕਾ ਕਰੇ ਸਿਗਾਰ, ਸਦ ਹੀ ਸੇਜੈ ਰਵੈ ਪਤਾਰ। ਫਿਰ ਨਾਨਕ ਜੀ ਕਹਿੰਦੇ ਨੇ ਜੇ ਜੀਵ ਇਸਤਰੀ ਪਰਮਾਤਮਾ ਦੇ ਡਰ ਅਦਬ ਤੇ ਪ੍ਰੇਮ ਦਾ ਸਿੰਗਾਰ ਕਰੇ ਤਾਂ ਉਹ ਆਪਣੇ ਹਿਰਦੇ ਰੂਪੀ ਸੇਜ ਤੇ ਪਤੀ ਪਰਮੇਸ਼ਰ ਨੂੰ ਮਿਲ ਸਕਦੀ ਹੈ। ਆਸਾ ਮਹੱਲਾ ਪਹਿਲਾ। ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੈ ਮੋਹੈ ਪਰਮ ਭੁਲਾਈ। ਮੇਰੇ ਸਾਹਿਬ ਹੋ ਕੀਤਾ ਤੇਰਾ, ਜਾਂ ਤੂੰ ਦੇਹ ਜਪੀ ਨਾਉ ਤੇਰਾ ਰਹਾਓ। ਕਹਿੰਦੇ ਸੰਸਾਰ ਵਿੱਚ ਨਾ ਕੋਈ ਕਿਸੇ ਦਾ ਪੁੱਤ ਹੈ ਤੇ ਨਾ ਕੋਈ ਕਿਸੇ ਦੀ ਮਾਂ ਹੈ। ਇਹ ਸਾਰੇ ਝੂਠੇ ਮੋਹ ਦੇ ਰਿਸ਼ਤੇ ਨੇ।
ਕਿਉਂਕਿ ਇਹ ਜਿਹੜੇ ਰਿਸ਼ਤੇ ਨੇ ਇਹ ਸਥਿਰ ਰਹਿਣ ਵਾਲੇ ਨਹੀਂ, ਇਹ ਸਦਾ ਦੇ ਸਥਾਈ ਰਿਸ਼ਤੇ ਨਹੀਂ ਹੈਗੇ। ਕਹਿੰਦੇ ਮੇਰਾ ਪਰਮਾਤਮਾ ਸਿਰਫ ਇੱਕ ਹੈ ਮਾਲਕ, ਜਿਹਨੇ ਮੈਨੂੰ ਬਣਾਇਆ ਹੈ, ਜਿਹਨੇ ਮੈਨੂੰ ਪੈਦਾ ਕੀਤਾ ਹੈ। ਪਰ ਕਹਿੰਦੇ ਮੈਂ ਤੇਰਾ ਨਾਮ ਪਰਮੇਸ਼ਰ ਜੀ ਤਾਂ ਹੀ ਜਪ ਸਕਦਾ ਹਾਂ ਜੇ ਤੂੰ ਮੈਨੂੰ ਇਸ ਨਾਮ ਦੇ ਜਪਣ ਦੀ ਦਾਤ ਦਿੰਦਾ ਹੈ। ਬਹੁਤੇ ਔਗਣ ਕੂਕੈ ਕੋਈ, ਜਾ ਤਿਸ ਭਾਵੈ ਬਖਸ਼ੈ ਸੋਈ। ਗੁਰ ਪ੍ਰਸਾਦੀ ਦੁਰਮਤ ਖੋਈ, ਜਹ ਦੇਖਾਂ ਤਹ ਏਕੋ ਸੋਈ। ਕਹਿੰਦੇ ਚਾਹੇ ਕਿਸੇ ਦੇ ਬਹੁਤ ਔਗਣ ਨੇ, ਪਰ ਕਹਿੰਦੇ ਕਿ ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਤਾਂ ਪਰਮਾਤਮਾ ਬਖਸ਼ ਦਿੰਦਾ, ਬਖਸ਼ ਕਰਕੇ ਉਹਨਾਂ ਨੂੰ ਅੱਗੇ ਤੋਂ ਸਮੱਤ ਦੇ ਦਿੰਦਾ। ਫਿਰ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਤਾਂ ਜੀਵ ਆਪਣੀ ਮਾੜੀ ਮੱਤ ਤਿਆਗ ਦਿੰਦਾ। ਫਿਰ ਉਹਦੇ ਨਾਲ ਕੀ ਹੁੰਦਾ, ਫਿਰ ਜਹ ਦੇਖਾਂ ਤਹ ਏਕੋ ਸੋਈ, ਫਿਰ ਉਹ ਹਰ ਇੱਕ ਜਗ੍ਹਾ 'ਤੇ ਉਸ ਪਰਮਾਤਮਾ ਨੂੰ ਵਿਆਪਕ ਪਾਉਂਦਾ ਹੈ। ਕਿਉਂਕਿ ਹੁਣ ਉਸ ਦੀ ਜਿਹੜੀ ਮਾੜੀ ਮੱਤ ਖਤਮ ਹੋ ਗਈ ਆ, ਹੁਣ ਚੰਗੀ ਮੱਤ ਆ, ਹੁਣ ਨਾਮ ਜਪਦਾ ਅਤੇ ਹਰ ਇੱਕ ਦੇ ਵਿੱਚ ਪਰਮਾਤਮਾ ਨੂੰ ਦੇਖਦਾ। ਕਹਿਤ ਨਾਨਕ ਐਸੀ ਮਤ ਆਵੈ, ਤਾਂ ਕੋ ਸੱਚੇ ਸੱਚ ਸਮਾਵੈ। ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਦੀ ਮੱਤ ਇਸ ਤਰ੍ਹਾਂ ਦੀ ਬਣ ਜਾਂਦੀ ਆ ਕਿ ਉਹ ਹਰ ਇੱਕ ਜਗ੍ਹਾ 'ਤੇ ਪਰਮਾਤਮਾ ਦੀ ਜੋਤ ਨੂੰ ਹੀ ਵਿਆਪਕ ਦੇਖਦਾ ਹੈ, ਫਿਰ ਕਹਿੰਦੇ ਉਹ ਆਪ ਸਚਿਆਰਾ ਹੋ ਕੇ ਸੱਚ ਵਿੱਚ ਸਮਾ ਜਾਂਦਾ ਹੈ। ਆਸਾ ਮਹੱਲਾ ਪਹਿਲਾ ਦੁਪਦੇ, ਤਿਤ ਸਰਵਰੈ ਪਈਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਅਲੇ। ਕਹਿੰਦੇ ਹੇ ਪਰਮਾਤਮਾ ਜੀ, ਇਹ ਸੰਸਾਰ ਸਾਗਰ ਜੋ ਤੁਸੀਂ ਬਣਾਇਆ ਹੈ, ਕਹਿੰਦੇ ਇਹਦੇ ਵਿੱਚ ਤੁਸੀਂ ਆਪੇ ਹੀ ਵਿਕਾਰਾਂ ਦਾ ਪਾਣੀ ਅਤੇ ਤ੍ਰਿਸ਼ਨਾ ਦੀ ਅੱਗ ਬਣਾਈ ਹੈ। ਬੜਾ ਭਿਆਨਕ ਹੈ ਸੰਸਾਰ ਸਾਗਰ। ਕਹਿੰਦੇ ਦੇਖਦਿਆਂ ਮੋਹ ਦੇ ਚਿੱਕੜ ਦੇ ਵਿੱਚ ਕਹਿੰਦੇ ਜੀਵ ਦੇ ਪੈਰ ਧੱਸਦੇ ਜਾਂਦੇ ਨੇ। ਜਿਸ ਤਰ੍ਹਾਂ ਪਾਣੀ 'ਤੇ ਤਾਂ ਆਪਾਂ ਆਰਾਮ ਨਾਲ ਫਿਰ ਵੀ ਤੁਰਦੇ ਹਾਂ, ਚਾਹੇ ਪੈਰ ਗਿੱਲੇ ਹੁੰਦੇ ਨੇ, ਪਰ ਚਿੱਕੜ 'ਚ ਪੈਰ ਧੱਸਦਾ ਨਾ, ਇਸ ਤਰ੍ਹਾਂ ਕਹਿੰਦੇ ਵੀ ਇਹ ਮੋਹ ਦੇ ਚਿੱਕੜ 'ਚ ਜੀਵਾਂ ਦੇ ਪੈਰ ਧੱਸਦੇ ਜਾਂਦੇ ਨੇ। ਕਹਿੰਦੇ ਮੋਹ ਦੇ ਚਿੱਕੜ ਦੇ ਵਿੱਚ ਇਸ ਤਰ੍ਹਾਂ ਸੰਸਾਰ ਦੇ ਵਿੱਚ ਜੀਵ ਡੁੱਬਦੇ ਨੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਕਹਿੰਦੇ ਹੇ ਮੇਰੇ ਮੂਰਖ ਮਨ, ਕਿਉਂ ਉਸ ਇੱਕ ਪਰਮਾਤਮਾ ਦਾ ਨਾਂ ਨਹੀਂ ਜਪਦਾ। ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਨਾ, ਜੀਵ ਦੇ ਅੰਦਰੋਂ ਗੁਣ ਘਟਣੇ ਸ਼ੁਰੂ ਹੋ ਜਾਂਦੇ ਨੇ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਕਹਿੰਦੇ ਜਿਹੜਾ ਮੇਰਾ ਇਹ ਜਨਮ ਆ, ਕਹਿੰਦੇ ਮੈਂ ਮੂਰਖਾਂ ਵਾਂਗ ਜੀ ਰਿਹਾ। ਕਹਿੰਦੇ ਨਾ ਤਾਂ ਮੈਂ ਕਹਿੰਦੇ ਜਤੀਆਂ, ਨਾ ਸਤੀਆਂ, ਨਾ ਮੈਂ ਕੋਈ ਪੜ੍ਹਿਆ ਲਿਖਿਆ। ਕਹਿੰਦੇ ਪਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਜੀ, ਮੈਨੂੰ ਉਹਨਾਂ ਦੀ ਸ਼ਰਨ ਪਾਓ ਜਿਨ੍ਹਾਂ ਨੂੰ ਤੇਰਾ ਨਾਂ ਕਦੇ ਭੁੱਲਿਆ ਨਹੀਂ। ਫਿਰ ਉੱਥੇ ਕਹਿੰਦੇ ਉਹਨਾਂ ਦੀ ਸ਼ਰਨ ਵਿੱਚ ਗਿਆ, ਤੇਰਾ ਨਾਮ ਮੈਨੂੰ ਵੀ ਚੇਤੇ 'ਚ ਆਊਗਾ ਅਤੇ ਮੈਂ ਵੀ ਜੀਵਨ ਸਫਲ ਕਰ ਲੂੰਗਾ। ਜੀਵਾਂ ਵੱਲੋਂ ਕਹਿ ਰਹੇ ਨੇ, ਸਾਡੇ ਜੀਵਾਂ ਵੱਲੋਂ ਵੀ ਅਸੀਂ ਕਰ ਲਵਾਂਗੇ। ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਕਹਿੰਦੇ ਜਿਵੇਂ 6 ਸ਼ਾਸਤਰ ਨੇ, ਉਹਨਾਂ ਦੇ 6 ਘਰ ਨੇ, 6 ਹੀ ਉਹਨਾਂ ਨੂੰ ਚਲਾਉਣ ਵਾਲੇ ਨੇ, 6 ਉਹਨਾਂ ਦੀਆਂ ਸਿੱਖਿਆਵਾਂ ਨੇ। ਪਰ ਕਹਿੰਦੇ ਗੁਰ ਗੁਰ ਏਕੋ ਵੇਸ ਅਨੇਕ, ਪਰ ਉਹਨਾਂ ਸਾਰਿਆਂ ਦੇ ਉੱਪਰ ਕਹਿੰਦੇ ਇੱਕ ਪਰਮੇਸ਼ਰ ਹੈ। ਇਹ ਸਾਰੇ ਉਸ ਪਰਮੇਸ਼ਰ ਦੇ ਅਲੱਗ-ਅਲੱਗ ਰੰਗ ਨੇ। ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਹੇ ਰਹਾਓ। ਕਹਿੰਦੇ ਜਿਸ ਘਰ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਕਹਿੰਦੇ ਸਾਨੂੰ ਉਸ ਘਰ ਵਿੱਚ ਰੱਖ ਕੇ ਵਡਾਈ ਦਿਓ। ਸਾਨੂੰ ਵੀ ਕਹਿੰਦੇ ਆਪ ਦੇ ਨਾਮ ਜਪਣ ਦੀ ਵਡਿਆਈ ਦਿਓ।
ਵਿਸਵੇ ਚਸੀਆ ਘੜੀਆ ਪਹਿਰਾ, ਥਿੱਤੀ ਵਾਰੀ ਮਹਾਂ ਪਿਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਸਤੇ ਵੇਸ। ਵਿਸਵੇ ਚਸੀਆ ਘੜੀਆ ਪਹਿਰਾ, ਥਿੱਤੀ ਵਾਰੀ ਮਹਾਂ ਪਿਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਕਹਿੰਦੇ ਜਿਸ ਤਰ੍ਹਾਂ ਸੂਰਜ ਇੱਕ ਆ, ਪਰ ਸੂਰਜ ਦੇ ਅਲੱਗ-ਅਲੱਗ ਰੂਪ ਨੇ। ਜਿੱਦਾਂ ਅਲੱਗ ਰੂਪ ਕਿਸ ਤਰ੍ਹਾਂ, ਜੇ ਸੂਰਜ ਤੋਂ ਫਿਰ ਜਿਹੜਾ ਹੈਗਾ ਵਕਤ ਦੇ ਚੱਸਾ ਬਣਦਾ, ਘੜੀ ਬਣਦੀ ਆ, ਪਹਿਰ ਬਣਦਾ, ਥਿੱਤੀਆਂ ਬਣਦੀਆਂ ਨੇ, ਫਿਰ ਵਾਰ ਬਣਦੇ ਨੇ, ਫਿਰ ਉਹ ਤੋਂ ਮਹੀਨੇ ਬਣਦੇ ਨੇ। ਇਸ ਤਰ੍ਹਾਂ ਕਹਿੰਦੇ ਹੈ ਤਾਂ ਜਿਹੜੀ ਇਹ ਸਮੇਂ ਦੀ ਇਕਾਈ ਆ ਵਕਤ ਦੀ, ਉਹ ਸੂਰਜ ਤੋਂ ਬਣੀ ਆ, ਪਰ ਇਹ ਸੂਰਜ ਦੀਆਂ ਇਹ ਕਿਸਮਾਂ ਨੇ। ਇਸ ਤਰ੍ਹਾਂ ਹੀ ਕਹਿੰਦੇ ਉਹ ਪਰਮਾਤਮਾ ਇੱਕ ਹੈ, ਉਸ ਪਰਮਾਤਮਾ ਤੋਂ ਇਹ ਸਾਰੀ ਸ੍ਰਿਸ਼ਟੀ, ਉਹਦੀਆਂ ਅਲੱਗ-ਅਲੱਗ ਰੰਗਾਂ, ਕਿਸਮਾਂ, ਭਾਂਤਾਂ ਦੀ ਸ੍ਰਿਸ਼ਟੀ ਬਣੀ ਹੈ। ਇਹ ਸਾਰਾ ਉਹਦਾ ਇੱਕ ਦਾ ਹੀ ਰੂਪ ਹੈ ਕਹਿੰਦੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।